वो कितना बेअंत है। उसने कितने चंद्रमा, सूरज, धरतियां, देवी देवते बेअंत पैदा किए हुए हैं। जदों ਗਿਆਨ ਖੰਡ ਵਿੱਚ ਚਲੇ ਜਾਂਦਾ ਆ। ਹੁਣ ਗਿਆਨ ਖੰਡ ਦੀ ਆਪਾਂ ਨੇ ਵਿਚਾਰ ਕਰਨੀ ਹੈ। ਉਚਾਰਨ ਕਰੋ ਇੱਕ ਵਾਰੀ ਸਤਿਨਾਮ ਸ੍ਰੀ ਵਾਹਿਗੁਰੂ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਸਤਿਗੁਰੂ ਜੀ ਕਹਿੰਦੇ ਆ ਧਰਮ ਖੰਡ ਦਾ ਇਹੀ ਨੇਮ ਹੈ, ਫਰਜ਼ ਹੈ, ਕਾਨੂੰਨ ਹੈ ਜਿਹੜਾ ਆਪਾਂ ਨੇ ਕੱਲ੍ਹ ਵਿਚਾਰਿਆ ਉੱਪਰਲੀ ਪੌੜੀ 'ਚ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿੰਨਾ ਕੁਛ ਸਾਨੂੰ ਦੇ ਰਿਹਾ। ਉਹਨੇ ਰਾਤਾਂ ਬਣਾਈਆਂ, ਰੁੱਤਾਂ ਬਣਾਈਆਂ, ਥਿੱਤਾਂ ਬਣਾਈਆਂ, ਵਾਰ ਬਣਾਏ, ਦਿਨ, ਹਵਾ, ਪਾਣੀ, ਅਗਨੀ, ਪਤਾਲ। ਇਹ ਧਰਤੀ ਜਿਹੜੀ ਹੈ ਧਰਮ ਕਮਾਉਣ ਵਾਸਤੇ ਬਖਸ਼ੀ ਹੈ। ਇਹਨਾਂ ਗੱਲਾਂ ਦਾ ਪਤਾ ਚੱਲਦਾ, ਫਿਰ ਉਹਦੀ ਸੁਰਤੀ ਬਿਰਤੀ ਧਾਰਮਿਕ ਹੋ ਜਾਂਦੀ ਹੈ, ਧਰਮੀ ਬਣ ਜਾਂਦਾ, ਧਰਮ ਕਮਾਉਣ ਲੱਗ ਜਾਂਦਾ। ਧਰਮ ਖੰਡ ਦੇ ਵਿੱਚ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਦੇ ਵਿੱਚ ਜਦੋਂ ਬੰਦਾ ਪਹੁੰਚਦਾ ਨਾ ਤਾਂ ਉਸਦੀ ਕੈਸੀ ਅਵਸਥਾ ਬਣਦੀ ਹੈ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ। ਜਦੋਂ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਗਿਆਨ ਪ੍ਰਾਪਤ ਕਰਦਾ, ਉੱਥੇ ਫਿਰ ਇਸ ਨੂੰ ਕੀ ਸਮਝ ਆਉਂਦੀ ਹੈ? ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼। ਕਿ ਅਕਾਲ ਪੁਰਖ ਵਾਹਿਗੁਰੂ ਨੇ ਬੇਅੰਤ ਹਵਾਵਾਂ, ਬੇਅੰਤ ਤਰ੍ਹਾਂ ਦੇ ਪਾਣੀ, ਬੇਅੰਤ ਤਰ੍ਹਾਂ ਦੀਆਂ ਅੱਗਾਂ ਪੈਦਾ ਕੀਤੀਆਂ ਹੋਈਆਂ। ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਬੇਅੰਤ ਹੀ ਕ੍ਰਿਸ਼ਨ ਹਨ। ਉਹਦੀ ਰਚਨਾ ਦੇ ਵਿੱਚ ਬੇਅੰਤ ਸ਼ਿਵ ਜੀ ਹਨ। ਇਹ ਸਮਝ ਆਉਂਦੀ ਹੈ। ਅੱਗੇ ਤਾਂ ਇੱਕ ਸ਼ਿਵ ਜੀ ਨੂੰ ਪੂਜਦਾ ਸੀ, ਇੱਕ ਕ੍ਰਿਸ਼ਨ ਨੂੰ ਪੂਜਦਾ ਸੀ। ਹੁਣ ਸਮਝ ਆ ਗਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਤਨਾ ਵੱਡਾ ਹੈ। ਉਹਦੀ ਸਾਜੀ ਹੋਈ ਰਚਨਾ ਵਿੱਚ ਤਾਂ ਬੇਅੰਤ ਕ੍ਰਿਸ਼ਨ ਹਨ, ਉਹਦੀ ਸਾਜੀ ਹੋਈ ਰਚਨਾ ਵਿੱਚ ਤਾਂ ਬੇਅੰਤ ਮਹੇਸ਼ ਹਨ, ਸ਼ਿਵ ਜੀ ਹਨ। ਕਿਹੜੇ ਸ਼ਿਵ ਜੀ ਦੀ ਪੂਜਾ ਕਰਾਂ, ਕਿਹੜੇ ਕ੍ਰਿਸ਼ਨ ਦੀ ਪੂਜਾ ਕਰਾਂ? ਇੱਥੇ ਤਾਂ ਬੇਅੰਤ ਹਨ, ਅੰਤੇ ਨਹੀਂ ਕ੍ਰਿਸ਼ਨਾਂ ਦਾ, ਅੰਤ ਹੀ ਨਹੀਂ ਸ਼ਿਵ ਜੀਆਂ ਦਾ। ਇਹ ਸਮਝ ਆਉਂਦੀ। ਉਹਨੇ ਬੇਅੰਤ ਤਰ੍ਹਾਂ ਦੇ ਪਾਣੀ, ਅੱਗਾਂ ਪੈਦਾ ਕੀਤੀਆਂ ਹੋਈਆਂ। ਕੇਤੇ ਬਰਮੇ ਘਾੜ ਤੇ ਘੜੀਏ, ਰੂਪ ਰੰਗ ਕੇ ਵੇਸ। ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਰਚਨਾ ਦੇ ਵਿੱਚ, ਜਗਤ ਦੇ ਵਿੱਚ, ਸੰਸਾਰ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਬੇਅੰਤ ਬ੍ਰਹਮੇ ਪੈਦਾ ਕੀਤੇ ਹਨ। ਬੇਅੰਤ ਬ੍ਰਹਮੇ ਘੜੇ ਹਨ, ਬੇਅੰਤ ਬ੍ਰਹਮਾ ਦੀਆਂ ਘਾੜਤਾਂ ਘੜੀਆਂ ਹਨ ਅਤੇ ਬੇਅੰਤ ਬ੍ਰਹਮੇ ਅੱਗੇ ਜਗਤ ਦੀ ਰਚਨਾ ਕਰ ਰਹੇ ਹਨ। ਰੂਪ ਰੰਗ ਕੇ ਵੇਸ, ਜਿਨ੍ਹਾਂ ਦੇ ਬੇਅੰਤ ਤਰ੍ਹਾਂ ਦੇ ਰੂਪ ਹਨ, ਰੰਗ ਹਨ, ਭੇਸ ਹਨ, ਬੇਅੰਤ ਬ੍ਰਹਮੇ ਹਨ। ਅੱਗੇ ਤਾਂ ਮਨੁੱਖ ਪਹਿਲਾਂ ਤਾਂ ਇੱਕ ਬ੍ਰਹਮੇ ਦੀ ਪੂਜਾ ਕਰਦਾ ਸੀ, ਹੁਣ ਕਿਹੜੇ ਬ੍ਰਹਮੇ ਦੀ ਪੂਜਾ ਕਰੇ? ਹੁਣ ਤਾਂ ਘਟ ਘਟ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰ ਆ ਰਿਹਾ ਹੈ ਕਿ ਕਿਤਨੇ ਬ੍ਰਹਮੇ ਪੈਦਾ ਕੀਤੇ ਰੱਬ ਨੇ। ਇਹ ਗਿਆਨ, ਫਿਰ ਇਹ ਗਿਆਨ ਪ੍ਰਾਪਤ ਹੋ ਜਾਂਦਾ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਗਿਆਨ ਖੰਡ ਦੇ ਵਿੱਚ ਜਦੋਂ ਇਹ ਗਿਆਨ ਵਾਲੀ ਇਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ, ਗਿਆਨ ਖੰਡ ਦੇ ਵਿੱਚ ਪਹੁੰਚ ਜਾਂਦਾ, ਉੱਥੇ ਫਿਰ ਇਸ ਨੂੰ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਬੇਅੰਤ ਤਰ੍ਹਾਂ ਦੀਆਂ ਧਰਤੀਆਂ ਕੰਮ ਕਰਨ ਦੇ ਲਈ ਪੈਦਾ ਕੀਤੀਆਂ ਹੋਈਆਂ। ਧਰਤੀਆਂ ਵੀ ਬੇਅੰਤ ਹਨ। ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਬੇਅੰਤ ਸੁਮੇਰ ਪਰਬਤ ਹਨ, ਬੇਅੰਤ ਧਰੂਪ ਭਗਤਾਂ ਦੇ
ਉਪਦੇਸ਼ ਹਨ। ਬੇਅੰਤ ਧਰੂ ਭਗਤ ਹੋਏ ਹਨ। ਬੇਅੰਤ ਧਰੂ ਭਗਤਾਂ ਦੇ ਉਪਦੇਸ਼ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਗਿਆਨ ਖੰਡ ਦੇ ਵਿੱਚ ਇਹ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਰਚਨਾ ਦੇ ਵਿੱਚ ਬੇਅੰਤ ਹੀ ਇੰਦਰ ਦੇਵਤੇ ਪੈਦਾ ਕੀਤੇ ਹੋਏ ਹਨ। ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਚੰਦਰਮਾ ਹਨ, ਕਿਤਨੇ ਕੁ ਸੂਰਜ ਹਨ, ਕਿਤਨੇ ਕੁ ਦੇਸ਼ਾਂ ਦੇ ਮੰਡਲ ਹਨ, ਇਲਾਕੇ ਹਨ। ਪਤਾ ਨਹੀਂ ਕਿਤਨੇ ਕੁ ਦੇਸ਼ ਹਨ, ਕਿਤਨੇ ਕੁ ਦੇਸ਼ਾਂ ਦੇ ਚੱਕਰ ਹਨ, ਇਲਾਕੇ ਹਨ। ਦੇਸ਼ ਵੀ ਨਹੀਂ ਗਿਣੇ ਜਾਂਦੇ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਜਦੋਂ ਗਿਆਨ ਖੰਡ ਵਿੱਚ ਪਹੁੰਚਦਾ, ਜਦੋਂ ਕਿਸੇ ਦੀ ਆਤਮਾ ਗਿਆਨ ਖੰਡ ਵਿੱਚ ਪਹੁੰਚਦੀ ਹੈ, ਆਤਮਿਕ ਤੌਰ ਤੇ ਵੀ ਤਰੱਕੀ ਕਰਨੀ। ਆਤਮਾ ਸਾਡੀ ਉੱਥੇ ਖੜੀ ਹੈ। ਸਰੀਰਕ ਤੌਰ ਤੇ ਅਸੀਂ ਬਹੁਤ ਡਿਗਰੀਆਂ ਪ੍ਰਾਪਤ ਕਰ ਲਈਆਂ। ਆਤਮਿਕ ਤੌਰ ਤੇ ਤਰੱਕੀ ਆ ਦੂਜਾ ਖੰਡ ਆ। ਪਹਿਲਾਂ ਧਰਮ ਖੰਡ ਦੀ ਵਿਚਾਰ ਕੀਤੀ ਆ, ਹੁਣ ਗਿਆਨ ਖੰਡ ਦੀ। ਇਸ ਤੋਂ ਅੱਗੇ ਫਿਰ ਸਰਮ ਖੰਡ ਆਉਣਾ, ਫਿਰ ਕਰਮ ਖੰਡ ਆਉਣਾ, ਫਿਰ ਸੱਚ ਖੰਡ ਆਉਣਾ। ਅਸੀਂ ਜਪਜੀ ਸਾਹਿਬ ਪੜ੍ਹ ਕੇ ਹੀ ਸਮਝੀ ਬੈਠੇ ਸੱਚਖੰਡ ਪਹੁੰਚ ਗਏ। ਮੈਂ ਤਾਂ ਜੀ ਕਈ ਵਾਰੀ ਜਪਜੀ ਸਾਹਿਬ ਦਾ ਪਾਠ ਕਰ ਦਿੰਦਾ, ਕਈ ਕਰ ਦਿੰਦਾ। ਹੁਣ ਇਹਨੂੰ ਸਮਝੀਏ। ਸਤਿਗੁਰੂ ਜੀ ਕਹਿੰਦੇ ਹਨ, ਕਹਿੰਦੇ ਜਦੋਂ ਮਨੁੱਖ ਗਿਆਨ ਖੰਡ ਵਿੱਚ ਪਹੁੰਚਦਾ, ਉੱਥੇ ਇਸ ਨੂੰ ਬੇਅੰਤ ਕਰਾਮਾਤੀ ਤਾਕਤਾਂ ਪ੍ਰਾਪਤ ਕਰ ਲੈਣ ਵਾਲੇ ਸਿੱਧ ਨਜ਼ਰ ਆਉਂਦੇ ਹਨ। ਬੇਅੰਤ ਮਹਾਤਮਾ ਬੁੱਧ, ਬੇਅੰਤ ਨਾਥ, ਬੇਅੰਤ ਹੀ ਦੇਵੀਆਂ ਦਿਖਦੀਆਂ। ਬੇਅੰਤ ਦੇਵੀਆਂ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਬੇਅੰਤ ਹੀ ਦੇਵੀਆਂ ਹਨ, ਬੇਅੰਤ ਹੀ ਨਾਥ ਹਨ, ਬੇਅੰਤ ਹੀ ਬੁੱਧ ਹਨ, ਬੇਅੰਤ ਹੀ ਸਿੱਧ ਹਨ ਅਤੇ ਬੇਅੰਤ ਹੀ ਦੇਵੀਆਂ ਦੇ ਰੂਪ ਹਨ, ਭੇਸ ਹਨ, ਪਹਿਰਾਵੇ ਹਨ ਦੇਵੀਆਂ ਦੇ। ਏਦਾਂ ਅਵਸਥਾ ਵਧੀ। ਅੱਗੇ ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਮਨੁੱਖ ਧਰਮ ਖੰਡ ਤੋਂ ਗਿਆਨ ਖੰਡ ਦੇ ਵਿੱਚ ਪਹੁੰਚਦਾ ਹੈ, ਜਦੋਂ ਮਨੁੱਖ ਦੀ ਮਨ ਦੀ ਅਵਸਥਾ, ਆਤਮਿਕ ਅਵਸਥਾ ਗਿਆਨ ਖੰਡ ਵਾਲੀ ਬਣਦੀ ਹੈ, ਫਿਰ ਇਸ ਨੂੰ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਕਿੰਨੇ ਹੀ ਦੇਵਤੇ ਹਨ। ਬੇਅੰਤ ਹੀ ਦੇਵਤੇ ਪੈਦਾ ਕੀਤੇ ਹਨ ਪ੍ਰਭੂ ਨੇ। ਬੇਅੰਤ ਹੀ ਰਾਖਸ਼ ਹਨ, ਰਾਖਸ਼ ਵੀ ਬੇਅੰਤ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੇਤੇ ਦੇਵ ਦਾਨਵ ਮੁਨ ਕੇਤੇ, ਰਿਸ਼ੀਆਂ ਮੁਨੀਆਂ ਦੀ ਵੀ ਕਮੀ ਨਹੀਂ। ਪਤਾ ਨਹੀਂ ਕਿਤਨੇ ਕੇ ਹਨ, ਕਿਤਨੇ ਕਹਾਣ, ਗਿਣੇ ਨਹੀਂ ਜਾ ਸਕਦੇ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ, ਰਚੀ ਹੋਈ ਰਤਨਾ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਰਤਨ ਹਨ। ਜਿਵੇਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, 14 ਰਤਨ ਨਿਕਲੇ, ਇਹ ਕਿਹਾ ਜਾਂਦਾ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ, ਜਦੋਂ ਮਨੁੱਖ ਦੀ ਆਤਮਾ ਗਿਆਨ ਖੰਡ ਵਿੱਚ ਪਹੁੰਚਦੀ ਹੈ ਤਾਂ ਉਸ ਨੂੰ ਸਮਝ ਆਉਂਦੀ ਹੈ ਕਿ 14 ਹੀ ਰਤਨ ਨਹੀਂ, ਅਨੇਕਾਂ ਹੀ ਰਤਨ ਹਨ ਅਤੇ ਅਨੇਕਾਂ ਹੀ ਸਮੁੰਦਰ ਹਨ, ਰਤਨਾਂ ਨਾਲ ਭਰੇ ਹੋਏ। ਇਹ ਸਮਝ ਫਿਰ ਉਹ ਕਹਿਣ ਲੱਗਦਾ, ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ। ਤਦ ਮਨੁੱਖ ਰੱਬ ਨਾਲ, ਏਦਾਂ ਰੱਬ ਨਾਲ ਜੁੜਦਾ।
ਰੱਬ ਦਾ ਭਗਤ, ਅਕਾਲ ਪੁਰਖ ਵਾਹਿਗੁਰੂ ਦਾ ਭਗਤ ਐਵੇਂ ਨਹੀਂ ਬਣ ਜੀਦਾ। ਜਪਜੀ ਸਾਹਿਬ ਨੂੰ ਸਮਝੋ। ਜਿਸਨੇ ਜਪਜੀ ਸਾਹਿਬ ਸਮਝ ਲਈ ਨਾ, ਜਪਜੀ ਸਾਹਿਬ ਨੂੰ ਵਿਚਾਰ ਲਿਆ, ਉਹ ਇੱਕ ਰੱਬ ਨੂੰ ਛੱਡ ਕੇ ਕਿਸੇ ਦੂਜੇ ਨੂੰ ਨਮਸਕਾਰ ਨਹੀਂ ਕਰੇਗਾ। ਜਿਸਨੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਮਝ ਲਿਆ, ਜਪਜੀ ਸਾਹਿਬ ਪੜ੍ਹ ਕੇ ਉਹ ਥਾਂ ਥਾਂ ਮੱਥੇ ਨਹੀਂ ਟੇਕੇਗਾ। ਉਹ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਸੰਤ ਹੋਏ ਹਨ, ਕਿਤਨੇ ਕੁ ਮਹਾਨ ਸ਼ਹੀਦ ਹੋਏ ਹਨ, ਕਿਤਨੇ ਦੇਵੀ ਦੇਵਤੇ, ਰਿਸ਼ੀ ਮੁਨੀ, ਮਹਾਂਪੁਰਸ਼, ਮਹਾਤਮਾ ਬੁੱਧ ਵਰਗੇ, ਧਰੂ ਭਗਤ ਵਰਗੇ, ਹੋਰ ਬੇਅੰਤ ਤਰ੍ਹਾਂ ਦੇ ਸਿੱਧ, ਪਤਾ ਨਹੀਂ ਕਿਤਨੇ ਗਿਣੇ ਨਹੀਂ ਜਾ ਸਕਦੇ। ਇਹ ਸਮਝ ਆਉਂਦਾ। ਕਹਿੰਦੇ ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਪਤਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਵਿੱਚ ਕਿਤਨੇ ਕੁ ਸਮੁੰਦਰ ਹਨ, ਰਤਨਾਂ ਨਾਲ ਭਰੇ ਹੋਏ, ਕਿਤਨੇ ਰਿਸ਼ੀ ਮੁਨੀ ਹਨ, ਕਿਤਨੇ ਰਾਖਸ਼ ਹਨ, ਦੇਵਤੇ ਹਨ, ਗਿਣੇ ਨਹੀਂ ਜਾ ਸਕਦੇ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਗਿਆਨ ਅਵਸਥਾ ਦੇ ਵਿੱਚ ਪਹੁੰਚ ਗਈ, ਗਿਆਨ ਖੰਡ ਦੇ ਵਿੱਚ ਜਦੋਂ ਪਹੁੰਚ ਜਾਂਦਾ ਮਨੁੱਖ, ਇਹ ਦੂਜੀ ਜਮਾਤ ਆ, ਇਹ ਦੂਜੀ ਜਮਾਤ ਆ ਜੀ। ਪਹਿਲਾਂ ਤਾਂ ਫਰਜ਼ੇ ਬਿਠਾਉਣੇ ਆ ਨਾ। ਕੱਲ ਆਪਾਂ ਨੇ ਵਿਚਾਰ ਕੀਤੀ ਸੀ ਧਰਮ ਖੰਡ ਦੀ। ਪਹਿਲਾਂ ਤਾਂ ਇਹੀ ਪਤਾ ਲੱਗਦਾ ਕਿ ਮਨੁੱਖਾ ਜੀਵਨ ਕਾਹਦੇ ਵਾਸਤੇ ਮਿਲਿਆ। ਜਿਨ੍ਹਾਂ ਨੂੰ ਇਹ ਨਹੀਂ ਪਤਾ, ਉਹ ਜੇ ਮਨੁੱਖ ਨਹੀਂ, ਉਹ ਮਨੁੱਖਾਂ ਦੇ ਸਰੀਰ ਦੇ ਵਿੱਚ ਪਸ਼ੂ ਜੀ ਰਹੇ, ਉਹ ਪਸ਼ੂ ਹੈ। ਜਿਨ੍ਹਾਂ ਨੂੰ ਇਹ ਨਹੀਂ ਪਤਾ ਮਨੁੱਖਾ ਜੀਵਨ ਮਿਲਿਆ ਕਾਹਦੇ ਵਾਸਤੇ, ਉਹ ਮਨੁੱਖ ਨਹੀਂ ਹਨ। ਦੇਖਣ ਨੂੰ ਮਨੁੱਖਾਂ ਹੈ ਪਸ਼ੂ। ਜਦੋਂ ਮਨੁੱਖ ਪਹਿਲਾਂ ਫਰਜ਼ ਪਛਾਣਦਾ, ਇਹ ਹੈ ਧਰਮ ਖੰਡ। ਧਰਮ ਖੰਡ ਦੇ ਅੱਗੇ ਗਿਆਨ ਖੰਡ ਹੈ, ਫਿਰ ਉਹ ਗਿਆਨ ਪ੍ਰਾਪਤ ਕਰਦਾ। ਫਿਰ ਜਦੋਂ ਗਿਆਨ ਪ੍ਰਾਪਤ ਕਰਦਾ, ਉਸ ਨੂੰ ਫਿਰ ਇਹ ਸਮਝ ਆਉਂਦੀ ਹੈ ਕੇਤੀਆਂ ਖਾਣੀ। ਅੱਗੇ ਤਾਂ ਚਾਰ ਖਾਣੀਆਂ, ਆਪਾਂ ਚਾਰ ਖਾਣੀਆਂ ਦੀ ਵਿਚਾਰ ਕਰਦੇ ਹਾਂ ਨਾ, ਕਿ ਅੰਡਜ, ਜੇਰਜ, ਸੇਤਜ, ਉਤਪੁਜ। ਚਾਰ ਤਰ੍ਹਾਂ ਦੀਆਂ ਖਾਣੀਆਂ। ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਧਰਤੀ ਤੋਂ ਪੈਦਾ ਹੋਣ ਵਾਲੇ ਜੀਵ। ਇਹ ਚਾਰ ਤਰ੍ਹਾਂ ਦੀਆਂ ਖਾਣੀਆਂ। ਪਰ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ, ਜਦੋਂ ਮਨੁੱਖ ਗਿਆਨ ਖੰਡ ਦੇ ਵਿੱਚ ਪਹੁੰਚਦਾ, ਗਿਆਨ ਖੰਡ ਵਿੱਚ ਪਹੁੰਚਦੀ ਹੈ ਜਿਹਦੀ ਆਤਮਾ, ਉਸ ਨੂੰ ਇਹ ਸਮਝ ਆਉਂਦੀ ਹੈ ਚਾਰ ਖਾਣੀਆਂ ਨਹੀਂ ਹਨ। ਅਕਾਲ ਪੁਰਖ ਵਾਹਿਗੁਰੂ ਨੇ ਪਤਾ ਨਹੀਂ ਕਿਤਨੀਆਂ ਕੁ ਖਾਣੀਆਂ ਪੈਦਾ ਕੀਤੀਆਂ ਹਨ, ਕਿਤਨੇ ਕੁ ਢੰਗਾਂ ਦੇ ਨਾਲ ਉਹ ਜੀਆਂ ਨੂੰ ਪੈਦਾ ਕਰ ਰਿਹਾ ਹੈ। ਚਾਰ ਖਾਣੀਆਂ ਨਹੀਂ ਹਨ, ਬੇਅੰਤ ਖਾਣੀਆਂ ਹਨ। ਪਤਾ ਨਹੀਂ ਕਿਵੇਂ ਕਿਵੇਂ ਜੀਆਂ ਨੂੰ ਪੈਦਾ ਕਰ ਰਿਹਾ ਹੈ, ਕਿਸੇ ਨੂੰ ਨਹੀਂ ਪਤਾ ਹੈ। ਉਹ ਤਾਂ ਬੇਅੰਤ ਹੈ। ਫਿਰ ਬੇਅੰਤ ਕਾਹਦਾ ਹੋਇਆ? ਜੇ ਅਸੀਂ ਉਹਦੀ ਬੇਅੰਤਤਾ ਨੂੰ ਸਮਝੇ ਲਿਆ ਕਿ ਕਿਤਨੀਆਂ ਖਾਣੀਆਂ, ਕਿਵੇਂ ਕਿਵੇਂ ਕਰਦਾ ਉਹ ਕੰਮ, ਫਿਰ ਤਾਂ ਬੇਅੰਤ ਨਹੀਂ ਨਾ ਰਿਹਾ। ਉਹਦਾ ਪਤਾ ਹੀ ਨਹੀਂ ਹੈ ਉਹ ਕਿਵੇਂ ਕਿਵੇਂ ਜੀਆਂ ਨੂੰ ਪੈਦਾ ਕਰ ਰਿਹਾ ਹੈ। ਸਮਝਿਆ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਹਿੰਦੇ ਕੇਤੀਆਂ ਖਾਣੀ, ਕੇਤੀਆਂ ਬਾਣੀ। ਬਾਣੀ ਮਨੇ ਬੋਲੀ। ਦੇਖੋ ਕਿਤਨੇ ਤਰ੍ਹਾਂ ਦੇ ਜੀਵ ਪੈਦਾ ਕੀਤੇ ਹਨ, ਹਰ ਇੱਕ ਜੀਆਂ ਦੀ ਵੱਖਰੀ ਵੱਖਰੀ ਬੋਲੀ ਹੈ। ਕਿੰਨੇ ਤਰ੍ਹਾਂ ਦੀਆਂ ਬੋਲੀਆਂ ਗਿਣੀਆਂ ਨਹੀਂ ਜਾ ਸਕਦੀਆਂ, ਬੇਅੰਤ ਤਰ੍ਹਾਂ ਦੀਆਂ ਬੋਲੀਆਂ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਰਚਨਾ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਪਾਤਸ਼ਾਹ ਹਨ, ਕਿਤਨੇ ਕੁ ਰਾਜੇ ਹਨ। ਨਰਿੰਦ, ਬੇਅੰਤ ਰਾਜੇ ਹਨ। ਹਰ ਇੱਕ ਦੁਨੀਆ ਵਿੱਚ ਵੀ ਰਾਜੇ, ਜਾਨਵਰਾਂ ਵਿੱਚ ਵੀ ਰਾਜੇ ਹੁੰਦੇ, ਜਾਨਵਰਾਂ ਵਿੱਚ ਵੀ ਰਾਜੇ ਹੁੰਦੇ। ਇਸ ਕਰਕੇ ਉੱਚੇ ਅਹੁਦੇ ਪ੍ਰਾਪਤ ਕਰਕੇ, ਰਾਜ ਗੱਦੀਆਂ ਪ੍ਰਾਪਤ ਕਰਕੇ ਮਾਣ ਨਹੀਂ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਸਭ ਤੋਂ ਵੱਡਾ ਰਾਜਾ ਅਕਾਲ ਪੁਰਖ ਵਾਹਿਗੁਰੂ ਹੈ। ਉਹਦੇ ਚਰਨਾਂ ਨਾਲ ਜੁੜਨਾ ਚਾਹੀਦਾ, ਉਹਦੇ ਚਰਨਾਂ ਨਾਲ ਜੁੜਨਾ ਚਾਹੀਦਾ।
ਸਤਿਗੁਰੂ ਜੀ ਕਹਿੰਦੇ ਹਨ ਜਦੋਂ ਮਨੁੱਖ ਦੀ ਆਤਮਾ ਗਿਆਨ ਖੰਡ ਵਿੱਚ ਪਹੁੰਚਦੀ ਹੈ, ਉਸ ਨੂੰ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਰਚਨਾ ਦੇ ਵਿੱਚ ਬੇਅੰਤ ਰਾਜੇ ਹਨ, ਬੇਅੰਤ ਪਾਤਸ਼ਾਹ ਹਨ, ਕਿਤਨਾ ਵੱਡਾ ਟੱਬਰ ਹੈ ਉਹਦਾ। ਫਿਰ ਉਹ ਆਪਣੇ ਆਪ ਨੂੰ ਉਸ ਟੱਬਰ ਵਿੱਚ ਸ਼ਾਮਲ ਕਰਦਾ। ਪਹਿਲਾਂ ਤਾਂ ਛੋਟੇ ਜਿਹੇ ਟੱਬਰ ਵਿੱਚ ਆਪਾਂ ਫਸੇ ਹੋਏ ਵੀ ਇਹੀ ਟੱਬਰ ਆ, ਅਸੀਂ ਆਪਣੇ ਬੱਚਿਆਂ ਵਾਸਤੇ ਹੀ ਦੇਖਦੇ ਹਾਂ, ਆਪਣੇ ਬੱਚਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ ਹੀ ਸੋਚਦੇ ਹਾਂ। ਫਿਰ ਉਹ ਮਨੁੱਖ ਛੋਟੇ ਜਿਹੇ ਟੱਬਰ ਵਿੱਚੋਂ ਨਿਕਲ ਜਾਂਦਾ, ਸਾਰੇ ਜਗਤ ਨੂੰ ਹੀ ਆਪਣਾ ਟੱਬਰ ਸਮਝਦਾ ਹੈ, ਕਿਉਂਕਿ ਮੇਰੇ ਪ੍ਰਭੂ ਪਾਤਸ਼ਾਹ ਦਾ ਟੱਬਰ ਹੈ। ਸਾਰੇ ਮੇਰੇ ਪ੍ਰਭੂ ਦਾ, ਮੇਰੇ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਰਚਨਾ ਹੈ। ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਵਿੱਚ ਜਾ ਕੇ ਜਦੋਂ ਮਨੁੱਖ ਦੇ ਅੰਦਰ ਗਿਆਨ ਪੈਦਾ ਹੋ ਜਾਂਦਾ, ਇਸ ਗੱਲ ਦੀ ਸਮਝ ਆ ਜਾਂਦੀ ਹੈ, ਤਾਂ ਉਸ ਨੂੰ ਇਹ ਸਮਝ ਆਉਂਦੀ ਹੈ ਪਤਾ ਨਹੀਂ ਕਿਤਨੀਆਂ ਕੁ ਸੁਰਤੀ ਲਾਉਣ ਵਾਲੇ, ਸਮਾਧੀਆਂ ਲਾਉਣ ਵਾਲੇ ਸਾਧੂ ਜਨ, ਸੰਤ ਜਨ, ਪਤਾ ਨਹੀਂ ਕਿਤਨੀਆਂ ਕੁ ਸਮਾਧੀਆਂ ਲਾਉਣ ਵਾਲੇ ਹਨ, ਗਿਣੇ ਨਹੀਂ ਜਾ ਸਕਦੇ। ਸੁਰਤੀਆਂ ਲਾਉਣ ਵਾਲੇ, ਸਮਾਧੀਆਂ ਲਾਉਣ ਵਾਲੇ, ਪਤਾ ਨਹੀਂ ਉਸ ਰੱਬ ਦੇ ਕਿਤਨੇ ਕੁ ਸੇਵਕ ਹਨ। ਨਾਨਕ ਅੰਤ ਨਾ ਅੰਤ। ਐ ਨਾਨਕ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਬੇਅੰਤ ਹੈ। ਇਹ ਸਮਝ ਆਉਂਦੀ ਹੈ ਜਦੋਂ ਮਨੁੱਖ ਗੁਰੂ ਦੀ ਬਾਣੀ ਨਾਲ ਜੁੜਦਾ, ਗੁਰੂ ਦੇ ਸ਼ਬਦ ਨਾਲ ਜੁੜਦਾ, ਫਿਰ ਉਹ ਮਨੁੱਖ ਜਦੋਂ ਗਿਆਨ ਖੰਡ ਵਿੱਚ ਚਲੇ ਜਾਂਦਾ ਨਾ, ਫਿਰ ਉਸ ਨੂੰ ਇਹ ਦੁਨਿਆਵੀ ਕੌਤਕ ਤਮਾਸ਼ੇ ਇਹ ਪ੍ਰਭਾਵਿਤ ਨਹੀਂ ਕਰਦੇ, ਇਹਨਾਂ ਵਿੱਚੋਂ ਨਿਕਲ ਜਾਂਦਾ। ਫਿਰ ਉਹ ਦੁਨਿਆਵੀ ਰੰਗ ਤਮਾਸ਼ੇ ਨਹੀਂ ਦੇਖਦਾ। ਫਿਰ ਜਿਹੜੇ ਰੰਗ ਤਮਾਸ਼ੇ ਦੇਖਦੇ ਨਾ ਆਪਾਂ, ਫਿਲਮਾਂ ਦੇਖਦਾ, ਕੋਈ ਕੌਤਕ ਦੇਖਦਾ, ਕੋਈ ਤਮਾਸ਼ੇ ਦੇਖਦਾ, ਕੋਈ ਸਰਕਸਾਂ ਦੇਖਦਾ, ਫਿਰ ਇੱਧਰੋਂ ਧਿਆਨ ਟੁੱਟ ਜਾਂਦਾ। ਫਿਰ ਉਹ ਹਰ ਵਕਤ ਹੀ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਰਚਨਾ ਹੀ ਉਸ ਨੂੰ ਆਨੰਦ ਦਿੰਦੀ, ਦੇਖ ਦੇਖ ਕੇ ਖੁਸ਼ ਹੁੰਦਾ। ਅਕਾਲ ਪੁਰਖ ਵਾਹਿਗੁਰੂ ਦੇ ਕੌਤਕਾਂ ਨੂੰ ਦੇਖ ਦੇਖ ਕੇ ਪ੍ਰਭਾਵਿਤ, ਅਕਾਲ ਪੁਰਖ ਵਾਹਿਗੁਰੂ ਦੇ ਬੇਅੰਤ ਕੌਤਕ ਉਸ ਨੂੰ ਪ੍ਰਭਾਵਿਤ ਕਰਦੇ ਹਨ, ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਇਹ ਉੱਚੀ ਅਵਸਥਾ ਬਣ ਜਾਂਦੀ ਹੈ। ਇਹ ਹੈ ਗਿਆਨ ਖੰਡ। ਕੱਲ ਆਪਣੇ ਧਰਮ ਖੰਡ ਦੀ ਵਿਚਾਰ ਕੀਤੀ ਸੀ। ਧਰਮ ਖੰਡ ਦੇ ਵਿੱਚ ਤਾਂ ਇੰਨਾ ਹੀ ਆ ਕਿ ਮਨੁੱਖ ਨੂੰ ਸਮਝ ਆਉਂਦੀ ਹੈ ਮਨੁੱਖਾ ਜੀਵਨ ਕਾਹਦੇ ਵਾਸਤੇ ਮਿਲਿਆ। ਫਿਰ ਜਦੋਂ ਪਤਾ ਲੱਗ ਗਿਆ ਕਿ ਮਨੁੱਖਾ ਜੀਵਨ ਕਾਹਦੇ ਵਾਸਤੇ ਮਿਲਿਆ, ਫਿਰ ਉਹ ਗਿਆਨ ਪ੍ਰਾਪਤ ਕਰਦਾ, ਗੁਰੂ ਦੀ ਸੰਗਤ ਵਿੱਚ ਬੈਠਣ ਲੱਗ ਜਾਂਦਾ। ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਗਿਆ, ਫਿਰ ਉਸ ਨੂੰ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਤਨੀ ਵੱਡੀ ਰਚਨਾ ਹੈ। ਫਿਰ ਇਸ ਤੋਂ ਬਾਅਦ ਜਦੋਂ ਇਹ ਸਮਝ ਆ ਗਈ, ਫਿਰ ਸਰਮਖੰਡ, ਸਰਮ ਨੇ ਮਿਹਨਤ ਕਰਨੀ, ਫਿਰ ਉਹ ਮਿਹਨਤ ਕਰਦਾ, ਸੰਗਤ ਦੀ ਸੇਵਾ ਵਿੱਚ ਲੱਗ ਜਾਂਦਾ ਹੈ। ਫਿਰ ਆਪਾਂ ਇਹ ਕੱਲ੍ਹ ਨੂੰ ਵਿਚਾਰ ਕਰਾਂਗੇ। ਹੌਲੀ ਹੌਲੀ ਇੱਦਾਂ ਅਵਸਥਾ ਵੱਧਦੀ ਹੈ, ਪਰ ਇਹ ਵਧੇਗੀ ਤਾਂ ਜਦੋਂ ਅਸੀਂ ਇਸ ਸਕੂਲ ਵਿੱਚ ਬੈਠਾਂਗੇ। ਸਕੂਲ ਵਿੱਚ ਆਪਾਂ ਆਪਣੀ ਗਿਆਨ ਪ੍ਰਾਪਤ ਕਰਨ ਵਾਸਤੇ, ਡਿਗਰੀ ਪ੍ਰਾਪਤ ਕਰਨ ਵਾਸਤੇ, ਉੱਚਾ ਅਹੁਦਾ ਪ੍ਰਾਪਤ ਕਰਨ ਵਾਸਤੇ ਸਕੂਲ ਵਿੱਚ ਲਾਉਣੇ ਬੱਚਿਆਂ ਨੂੰ। 3 ਸਾਲ ਦਾ ਨਹੀਂ ਹੋਣ ਦਿੰਦੇ ਕਿ ਬੱਚਾ ਪੜ੍ਹੇ, ਸਾਡਾ ਪੜ੍ਹ ਵੀ ਜਾਂਦਾ, ਜੱਜ ਵੀ ਬਣ ਜਾਂਦਾ, ਵਕੀਲ ਵੀ ਬਣ ਜਾਂਦਾ, ਮੰਤਰੀ ਵੀ ਬਣ ਜਾਂਦਾ, ਸਭ ਕੁਝ ਪ੍ਰਾਪਤ ਕਰ ਲੈਂਦਾ। ਪ੍ਰਾਪਤ ਕਰਕੇ ਅਖੀਰ ਨੂੰ ਘਰ ਬਹਿ ਜਾਂਦਾ, ਅਖੀਰ ਨੂੰ ਮਰ ਜਾਂਦਾ, ਜੰਮਣ ਮਰਨ ਦੇ ਗੇਟ 'ਚ ਫੇਰ ਪੈ ਜਾਂਦਾ। ਕੀ ਖੱਟਿਆ? ਕੁਝ ਵੀ ਨਹੀਂ ਖੱਟਿਆ। ਜਿਸ ਕੰਮ ਵਾਸਤੇ, ਜਿਸ ਕਾਰਜ ਵਾਸਤੇ, ਜਿਸ ਮਨੋਰਥ ਵਾਸਤੇ ਇਹ ਕੀਮਤੀ ਮਨੁੱਖਾ ਜੀਵਨ ਮਿਲਿਆ ਸੀ, ਇਹ ਮਨੁੱਖਾ ਜੀਵਨ ਪ੍ਰਾਪਤ ਕਰਕੇ ਜਿਹੜੀ ਕਾਮਯਾਬੀ ਪ੍ਰਾਪਤ ਕਰਨੀ ਸੀ, ਉਹ ਕਾਮਯਾਬੀ ਪ੍ਰਾਪਤ ਹੀ ਨਹੀਂ ਕਰ ਸਕਿਆ। ਇਸ ਕਰਕੇ ਦੁਨਿਆਵੀ ਪੜ੍ਹਾਈ ਵੀ ਜ਼ਰੂਰੀ ਹੈ। ਜਿੱਥੇ ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾਉਣਾ, ਅਸੀਂ ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਬੱਚੇ ਪੜ੍ਹੇ ਲਿਖੇ ਹੋਣੇ ਚਾਹੀਦੇ ਹਨ, MA ਪੜ੍ਹੇ ਹੋਏ, ਡਿਗਰੀਆਂ ਪ੍ਰਾਪਤ ਕਰਨ ਸਾਡੇ ਬੱਚੇ, ਜੱਜ ਹੋਣੇ ਚਾਹੀਦੇ ਹਨ, ਵਕੀਲ ਹੋਣੇ ਚਾਹੀਦੇ ਹਨ, ਇੰਜੀਨੀਅਰ ਹੋਣੇ ਚਾਹੀਦੇ ਹਨ, ਮੰਤਰੀ ਹੋਣੇ ਚਾਹੀਦੇ ਹਨ। ਪਰ ਗੁਰਮੁਖ ਪਿਆਰਿਓ,
ਸਾਡੇ ਬੱਚੇ ਗੁਰਮੁਖ ਵੀ ਹੋਣੇ ਚਾਹੀਦੇ ਹਨ। ਆ ਵੀ ਮਨ ਵਿੱਚ ਰੱਖਿਆ ਕਰੋ। ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖ ਬਣਾਈਏ, ਗੁਰੂ ਦੀ ਬਾਣੀ ਨਾਲ ਜੋੜੀਏ। ਸਾਡੇ ਬੱਚਿਆਂ ਦੀ ਆਤਮਿਕ ਅਵਸਥਾ ਵੀ ਉੱਚੀ ਹੋਵੇ। ਆਪਣੇ ਬੱਚਿਆਂ ਦੀ ਆਤਮਿਕ ਅਵਸਥਾ ਵੀ ਉੱਚੀ ਬਣਾਉਣਾ। ਜਿਵੇਂ ਸਰੀਰਕ ਤੌਰ 'ਤੇ, ਸੰਸਾਰਕ ਤੌਰ 'ਤੇ ਆਪਣੇ ਬੱਚਿਆਂ ਨੂੰ ਅਸੀਂ ਸਿਆਣੇ ਕਰਦੇ ਹਾਂ, ਸਮਝਦਾਰ ਬਣਾਉਂਦੇ ਹਾਂ, ਆਤਮਿਕ ਤੌਰ 'ਤੇ ਵੀ ਸਮਝਦਾਰ ਬਣਾਈਏ। ਆਤਮਿਕ ਤੌਰ 'ਤੇ ਸਮਝ ਉੱਚੀ ਗੁਰੂ ਦੀ ਸੰਗਤ ਵਿੱਚ ਆ ਕੇ ਹੀ ਹੋ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਗੁਰੂ ਹੀ ਉੱਚੀ ਆਤਮਿਕ ਅਵਸਥਾ ਕਰ ਸਕਦਾ। ਇਸ ਕਰਕੇ ਗੁਰੂ ਨਾਲ ਜੁੜੇ ਰਹੀਏ। ਸੋ ਇਹ ਵਿਚਾਰ ਸੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।